ਪ੍ਰਾਈਮ ਟਾਈਮਸ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਅੱਜ ਅਸੀਂ ਗੱਲ ਇੱਕ ਅਜਿਹੇ ਮੁੱਦੇ ਦੀ ਕਰਾਂਗੇ ਜੋ ਕਿ ਸਮਾਜਿਕ ਹੈ, ਧਰਮ ਨਾਲ ਵੀ ਜੁੜਿਆ ਤੇ ਹੁਣ ਸੁਪਰੀਮ ਕੋਰਟ ਵਿੱਚ ਵੀ ਹੈ। ਗੱਲ ਸਿੱਖਾਂ ਤੇ ਬਣਨ ਵਾਲੇ ਚੁਟਕਲਿਆਂ ਨੂੰ ਰੋਕਣ ਦੀ ਹੈ, ਜਿਸ ਦੇ ਲਈ ਦੇਸ਼ ਦੀ ਸਰਵ ਉੱਚ ਅਦਾਲਤ ਦਾ ਰੁਖ ਕੀਤਾ ਗਿਆ। ਪਰ ਕੀ ਇਹ ਮਸਲਾ ਕਾਨੂੰਨੀ ਪੱਧਰ ਤੇ ਸੁਲਝਾਇਆ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਸੁਲਝਾਉਣ ਦੇ ਤਰੀਕੇ ਕੁਝ ਹੋਰ ਹੋਣੇ ਚਾਹੀਦੇ ਨੇ? ਇਸ ਤੇ ਅਸੀਂ ਚਰਚਾ ਕਰਾਂਗੇ ਕਿ ਕਿਵੇਂ ਰੁਕਣਗੇ ਸਿੱਖਾਂ ਤੇ ਚੁਟਕਲੇ। ਤਾਂ ਇਸ ਗੰਭੀਰ ਮਸਲੇ ਨੂੰ ਲੈ ਕੇ DSGMC ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਗਈ ਸੀ। ਉਸ ਤੋਂ ਪਹਿਲਾਂ ਵੀ ਕਈ ਸਿੱਖ ਵਕੀਲਾਂ ਨੇ ਇਸ ਵਿੱਚ ਪਹੁੰਚ ਕੀਤੀ ਸੀ, ਪਟੀਸ਼ਨ ਪਾਈ ਗਈ ਸੀ। ਕੱਲ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤੇ ਸੁਣਵਾਈ ਦੌਰਾਨ ਸਰਵਉੱਚ ਅਦਾਲਤ ਨੇ ਪਟੀਸ਼ਨਕਰਤਾ ਤੋਂ ਸੁਝਾਅ ਮੰਗਿਆ ਹੈ, ਜਿਸ ਤੇ ਹੁਣ DSGMC ਮੁਖੀ ਨੇ ਕੀ ਕਿਹਾ ਪਹਿਲਾਂ ਤੁਹਾਨੂੰ ਇਹ ਸੁਣਾਉਂਦੇ ਹਾਂ, ਉਸ ਤੋਂ ਬਾਅਦ ਇਸ ਚਰਚਾ ਨੂੰ ਵਧਾਵਾਂਗੇ। ਅਸੀਂ ਇਹਦੇ ਵਿੱਚ ਸੀਨੀਅਰ ਐਡਵੋਕੇਟਸ, ਰਿਟਾਇਰਡ ਜੱਜ, ਹਿਸਟੋਰੀਅਨ ਔਰ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣਾ ਕੇ ਅਸੀਂ ਸੁਜੈਸ਼ਨ ਲੈ ਕੇ, ਕਿਉਂਕਿ ਬਾਹਰਲੇ ਮੁਲਕਾਂ 'ਚ ਐਂਟੀ ਬੁਲੀ ਲਾਅ ਆਲਰੇਡੀ ਹੈਗਾ, ਅਸੀਂ ਇਹ ਸਾਰੀ ਚੀਜ਼ਾਂ ਨੂੰ ਕੰਸਲਟ ਕਰਕੇ ਇੱਕ ਖਰੜਾ ਤਿਆਰ ਕਰਕੇ ਮਾਨਯ ਸੁਪਰੀਮ ਕੋਰਟ ਨੂੰ ਜ਼ਰੂਰ ਦੇਵਾਂਗੇ। ਸਿੱਖਾਂ ਦਾ ਯੋਗਦਾਨ ਹੈ, ਇਹ 2% ਦੇ ਘੱਟ ਆਬਾਦੀ ਤੋਂ ਬਾਵਜੂਦ ਵੀ ਬਹੁਤ ਵੱਡਾ ਯੋਗਦਾਨ ਹੈ। ਸੋ ਇਹ ਜੇ ਮਜ਼ਾਕ ਨਹੀਂ ਹੋਣੇ ਚਾਹੀਦੇ, ਔਰ ਖਾਲੀ ਸਿੱਖਾਂ ਨਾਲ ਨਹੀਂ, ਬਿਹਾਰੀਆਂ ਨਾਲ ਹੁੰਦੇ ਨੇ। ਚਿੰਕੀ ਕਿਹਾ ਜਾਂਦਾ ਜਿਹੜੇ ਸਾਊਥ ਈਸਟ ਸਟੇਟਸ ਤੋਂ ਨੇ, ਨਾਰਥ ਈਸਟ ਸਟੇਟਸ ਤੋਂ ਨੇ। ਮੈਂ ਸਮਝਦਾ ਵਾਂ ਕਿ ਸੁਪਰੀਮ ਕੋਰਟ ਨੇ ਇਸ ਦਾ ਸੀਰੀਅਸਲੀ ਲਿਆ। ਤਾਂ ਇਹ ਇੱਕ ਅਹਿਮ ਮਸਲਾ ਹੈਗਾ ਜਿਸ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਸ ਨੂੰ ਲੈ ਕੇ ਪਹੁੰਚ ਕੀਤੀ ਗਈ ਹੈ। ਇਸ ਦਾ ਹੱਲ ਕਿਸ ਤਰ੍ਹਾਂ ਨਾਲ ਹੋਣਾ ਚਾਹੀਦਾ ਹੈ, ਇਹੀ ਅਸੀਂ ਸਾਡੀ ਅੱਜ ਚਰਚਾ ਦਾ ਵਿਸ਼ਾ। ਜਿਸ ਤਰ੍ਹਾਂ ਦੇ ਨਾਲ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਸੁਝਾਅ ਦਿਓ, 6 ਹਫ਼ਤਿਆਂ ਦਾ ਟਾਈਮ ਦਿੱਤਾ ਗਿਆ ਤੇ ਉਸ 6 ਹਫ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਨਾਲ ਸੁਝਾਅ ਬਣਾਏ ਜਾਣਗੇ, ਉਹੀ ਸੁਝਾਅ ਅਸੀਂ ਲੈਣ ਦੀ ਅੱਜ ਕੋਸ਼ਿਸ਼ ਕਰਾਂਗੇ ਤੇ ਕਿ ਕੀ ਇਹ ਮਸਲਾ ਕਾਨੂੰਨ ਸੁਲਝਾ ਸਕਦਾ ਹੈ ਜਾਂ ਫਿਰ ਸਮਾਜ ਨੂੰ ਸੁਲਝਾਉਣਾ ਹੋਵੇਗਾ। ਸਮਾਜ ਨੇ ਸੁਲਝਾਉਣਾ ਤਾਂ ਫਿਰ ਉਸ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ, ਇਹ ਸਾਡਾ ਜਿਹੜਾ ਮੇਨ ਇਸ ਦੇ ਵਿੱਚ ਚਰਚਾ ਦਾ ਵਿਸ਼ਾ ਰਹੇਗਾ। ਸਾਡੇ ਨਾਲ ਖਾਸ ਮਹਿਮਾਨ ਜੁੜੇ ਨੇ। ਸਾਡੇ ਨਾਲ ਇੱਥੇ ਨੋਇਡਾ ਸਟੂਡੀਓ ਦੇ ਵਿੱਚ 2 ਖਾਸ ਮਹਿਮਾਨ ਨੇ। ਸਾਡੇ ਨਾਲ ਇੱਥੇ ਨੇ ਜਸਵਿੰਦਰ ਜੌਲੀ ਜੀ, ਜੋ ਕਿ ਮੁਖੀ ਨੇ ਲੀਗਲ ਸੈੱਲ ਦੇ DSGMC ਦੇ, ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਪਰਮਿੰਦਰ ਪਿੰਕੀ ਜੀ ਸਾਡੇ ਨਾਲ ਕਾਂਗਰਸ ਵੱਲੋਂ ਜੁੜੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। SGPC ਵੱਲੋਂ ਸਾਡੇ ਨਾਲ ਹਰਦੀਪ ਸਿੰਘ ਜੀ ਨੇ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤੇ ਆਮ ਆਦਮੀ ਪਾਰਟੀ ਵੱਲੋਂ ਯਾਮਿਨੀ ਗੋਮਰ ਜੀ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਚਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਉਣਾ ਚਾਹੂੰਗਾ ਜੌਲੀ ਜੀ, ਜਿਸ ਤਰ੍ਹਾਂ ਦੇ ਨਾਲ ਇਹ ਹੁਣ ਸੁਝਾਅ ਮੰਗੇ ਗਏ ਹੈ, ਸੁਝਾਅ ਬਣਾਏ ਜਾਣਗੇ, ਕਿਸ ਤਰ੍ਹਾਂ ਦੇ ਸੁਝਾਅ ਰਹਿਣਗੇ ਤਾਂ ਕਿ ਇਸ ਦੇ ਉੱਪਰ ਰੋਕ ਲਗਾਈ ਜਾ ਸਕੇ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ? ਦੇਖੋ, ਇਹ ਪਟੀਸ਼ਨ ਫਾਈਲ ਕੀਤੀ ਹਰਵਿੰਦਰ ਕੌਰ ਚੌਧਰੀ ਐਡਵੋਕੇਟ ਸੁਪਰੀਮ ਕੋਰਟ ਦੇ, ਜਿਨ੍ਹਾਂ ਨੇ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ 'ਚ ਸਭ ਤੋਂ ਪਹਿਲਾਂ ਫਾਈਲ ਕੀਤਾ ਜੀ। ਅਸੀਂ ਸੈਕੰਡ ਪਟੀਸ਼ਨ ਫਾਈਲ ਕੀਤੀ, ਅਸੀਂ ਪਟੀਸ਼ਨ ਉਹਨਾਂ ਨਾਲ ਕਲੱਬ ਹੋਈ। ਫਰਸਟ ਮੈਟਰ ਤੇ ਜੱਜ ਸਾਹਿਬ ਨੇ ਸਭ ਤੋਂ ਪਹਿਲੇ ਇਸ ਚੀਜ਼ ਤੇ ਕਨਵਿੰਸ ਹੋਣਾ ਸੀਗਾ ਕਿ ਕਿਆ ਇਸ ਗੱਲ ਦੀ ਲੋੜ ਵਾਕਈ ਹੈ ਕਿ ਸਿੱਖ ਚਾਹੁੰਦੇ ਨੇ ਕਿ ਇਹ ਜਿਹੜੇ ਬੈਨ ਹੈ ਸਿੱਖ ਜੋਗਸ ਦੇ ਉੱਤੇ ਲੱਗਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੋਈ 5000 ਸਾਈਟਾਂ ਸਿੱਖਾਂ ਦਾ ਮਜ਼ਾਕ ਉਡਾ ਰਹੀਆਂ, ਸਿੱਖਾਂ ਦੇ ਬਾਰੇ ਜੋਕ ਬਣਾ ਕੇ ਵੇਚ ਰਹੀਆਂ, ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਤੇ ਸਿੱਖਾਂ ਦਾ ਮਜ਼ਾਕ ਉਡ ਰਿਹਾ ਹੈ। ਇਹ ਸਾਰੇ ਇਸ਼ੂ ਦੇ ਉੱਤੇ ਜਦ ਅਸੀਂ ਸੁਪਰੀਮ ਕੋਰਟ ਗਏ ਤੇ ਸੁਪਰੀਮ ਕੋਰਟ ਦਾ ਸਭ ਤੋਂ ਪਹਿਲਾ ਜਿਹੜਾ ਵਿਊ ਸੀਗਾ ਉਹ ਸੀਗਾ ਕਿ ਪਬਲਿਕ ਜਿਹੜੀ ਹੈ, ਸਿੱਖ ਐਟ ਲਾਰਜ, ਉਹ ਕੀ ਚਾਹੁੰਦੇ ਨੇ ਕਿ ਇਹ ਬੈਨ ਹੋਣਾ ਚਾਹੀਦਾ ਕਿ ਨਹੀਂ। ਮੈਂ ਤੁਹਾਨੂੰ ਥੋੜਾ ਡਿਟੇਲ 'ਚ ਦੱਸ ਰਿਹਾ ਤਾਂ ਕਿ ਮੈਂ ਅੱਗੇ ਪੁਆਇੰਟ ਤੇ ਆਵਾਂ ਕਿ ਕਿਉਂ ਲੋੜ ਪੈ ਰਹੀ ਹੈ। ਤੇ ਜਦ ਅਸੀਂ ਉਸ ਚੀਜ਼ ਨੂੰ ਸਟੱਡੀ ਕੀਤਾ ਤੇ ਅਸੀਂ ਪੂਰੇ ਕੈਂਪ ਲਗਾਏ, ਸਕੂਲ, ਕਾਲਜਿਸ, ਇੰਸਟੀਟਿਊਟ, ਹਰ ਜਗ੍ਹਾ ਵਰਕ ਪਲੇਸ ਤੇ। ਮੇਰੇ ਖਿਆਲ 1.5 ਲੱਖ ਦੇ ਕਰੀਬ ਸਾਈਨ ਸਾਡੇ ਕੋਲ ਹੋ ਚੁੱਕੇ ਨੇ, ਆਨਲਾਈਨ ਔਰ ਫਿਜ਼ੀਕਲੀ ਵੀ ਲੋਕਾਂ ਨੇ ਆ ਕੇ ਪੇਪਰ ਸਾਈਨ ਕੀਤੇ ਗੁਰਪੁਰਬਾਂ ਤੇ, ਨਗਰ ਕੀਰਤਨ ਤੇ। ਔਰ ਬੜੀ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਪਹਿਲ ਨੂੰ ਬਹੁਤ ਹੀ ਲੋਕਾਂ ਨੇ ਧੰਨਵਾਦ ਕੀਤਾ ਕਿ ਜੀ ਤੁਸੀਂ ਇੱਕ ਲੋੜ ਸੀ, ਬੜੇ ਵਕਤ, ਬੜੀ ਪੁਰਾਣੀ ਇੱਕ ਡਿਮਾਂਡ ਸੀ ਜਿਹਨੂੰ ਤੁਸੀਂ ਕਵਰ ਕੀਤਾ ਹੈ। ਅੱਜ ਦੇਸ਼ ਨੂੰ ਆਜ਼ਾਦ ਹੋਏ ਅਰਾਊਂਡ 68 ਈਅਰਸ ਹੋ ਗਏ ਨੇ। ਇੰਨੇ ਸਾਲਾਂ ਵਿੱਚ ਅਸੀਂ ਐਕਸਪੈਕਟ ਕਰ ਰਹੇ ਸੀ ਕਿ ਲੋਕਾਂ ਨੂੰ ਆਪੇ ਸੋਚ ਆ ਜਾਏਗੀ ਕਿ ਇਹ ਉਹ ਕੌਮ ਹੈ ਜਿਸ ਨੇ ਦੇਸ਼ ਲਈ ਇੰਨਾ ਕੁਝ ਕੀਤਾ, ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਭ ਤੋਂ ਘੱਟ ਗਿਣਤੀ 'ਚ ਹੋਣ ਤੋਂ ਬਾਵਜੂਦ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਐਕਸਪੈਕਟ ਕਰਦੇ ਹਾਂ ਕਿ ਪਬਲਿਕ ਆਪੇ ਇਸ ਚੀਜ਼ ਨੂੰ ਪਿੱਛੇ ਕਰ ਦੇਗੀ, ਸਿੱਖਾਂ ਦੇ ਬਾਰੇ ਜੋਕ ਨਾ ਬਣਾਏ ਜਾਣ। ਪਰ ਇੱਕ ਐਸੀ ਲੋੜ ਪੈ ਗਈ, ਐਸਾ ਵਕਤ ਆ ਗਿਆ ਇੰਨੇ ਸਾਲ ਬਾਅਦ ਆਜ਼ਾਦੀ ਦੇ ਕਿ ਸੁਪਰੀਮ ਕੋਰਟ 'ਚ ਇੱਕ ਐਡਵੋਕੇਟ ਨੂੰ, ਲੇਡੀ ਨੂੰ, ਹਰਵਿੰਦਰ ਕੌਰ ਚੌਧਰੀ ਨੂੰ ਜਾਣਾ ਪਿਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨੂੰ ਜੁਆਇਨ ਕਰਨਾ ਪਿਆ। ਹੁਣ ਅਸੀਂ ਜਦ ਕੋਰਟ ਦੇ ਅੰਦਰ ਸੈਕੰਡ ਅਸੀਂ ਹੀਅਰਿੰਗ 'ਚ ਗਏ ਹਾਂ ਤੇ ਜੱਜ ਸਾਹਿਬ ਨੇ ਸਾਰੀ ਪਟੀਸ਼ਨ ਨੂੰ ਸੁਣਿਆ। ਸਾਡੇ ਸੀਨੀਅਰ ਐਡਵੋਕੇਟ RS ਸੂਰੀ, APS ਆਲੂਵਾਲੀਆ, ਦੋਨੋਂ ਬਹੁਤ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ। ਉਹਨਾਂ ਨੇ ਜਦ ਆਪਣੀ ਗੱਲ ਅੱਗੇ ਰੱਖੀ ਸਾਰੀ, ਜੋ ਮੈਟਰ ਤੁਹਾਨੂੰ ਮੈਂ ਦੱਸ ਰਿਹਾ, ਆਜ਼ਾਦੀ ਤੋਂ ਇੰਨੇ ਸਾਲ ਹੋ ਗਏ ਔਰ ਮਜ਼ਾਕ ਉੱਡ ਰਿਹਾ, ਤੇ ਜੱਜ ਸਾਹਿਬ ਨੇ ਇਹ ਕਿਹਾ ਕਿ ਠੀਕ ਹੈ, ਅਸੀਂ ਇਸ ਗੱਲ ਨੂੰ ਸਮਝਦੇ ਹਾਂ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ
ਕੋਰਟ ਦੇ ਅੰਦਰ ਤਾਰੀਫ ਕੀਤੀ ਸਿੱਖਾਂ ਦੀ ਕਿ ਸਿੱਖ ਇੱਕ ਬਹੁਤ ਬਹਾਦਰ ਕੌਮ ਹੈ, ਇਹਨਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ। ਪ੍ਰਧਾਨ ਮੰਤਰੀ ਸਿੱਖ ਰਿਹਾ, ਰਾਸ਼ਟਰਪਤੀ ਸਿੱਖ ਰਿਹਾ, ਚੀਫ ਜਸਟਿਸ ਵੀ ਬਣਨ ਜਾ ਰਹੇ ਨੇ, ਚੀਫ ਜਸਟਿਸ ਵੀ ਉਹਨਾਂ ਨੇ ਕਿਹਾ ਆਉਣ ਵਾਲੇ ਚੀਫ ਜਸਟਿਸ ਵੀ ਤੁਹਾਡੇ ਸਿੱਖ ਨੇ, ਆਰਮੀ ਦੇ ਜਨਰਲ ਵੀ ਜੱਜ ਸਾਹਿਬ ਨੇ ਕਿਹਾ ਉਹ ਵੀ ਤੁਹਾਡੇ ਸਿੱਖ ਰਹੇ ਨੇ। ਤੇ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਇਸ ਦੇਸ਼ ਲਈ, ਆਪਣੇ ਭਾਰਤ ਲਈ ਦਿੱਤਾ। ਤੇ ਉਹਨਾਂ ਨੇ ਕਿਹਾ ਜਿੱਥੇ ਇਹ ਗੱਲ ਹੈ ਕਿ ਪ੍ਰੋਬਲਮ ਫੇਸ ਆਂਦੀ ਹੈ ਸਿੱਖਾਂ ਨੂੰ, ਉਹ ਕਿਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਅਸੀਂ ਉਸ ਨੂੰ ਡਿਟੇਲ ਦੱਸੀ ਕੋਰਟ ਨੂੰ। ਅਸੀਂ ਕਿਹਾ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਜਿਹੜੇ ਨਾਨ ਸਿੱਖ ਸਕੂਲ ਨੇ, DPS ਮਾਡਰਨ ਸਕੂਲ, ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਕੂਲ ਨੇ ਜਿੱਥੇ ਬੱਚੇ ਪੜ੍ਹ ਰਹੇ ਨੇ, ਉੱਥੇ ਬੱਚਿਆਂ ਨੂੰ ਜਿੱਥੇ 40 ਬੱਚਿਆਂ ਦੀ ਇੱਕ ਕਲਾਸ ਹੈ ਉਹਦੇ 2 ਬੱਚੇ ਸਿੱਖ ਨੇ ਜਾਂ 1 ਬੱਚਾ ਸਿੱਖ ਹੈ, ਉੱਥੇ ਜਦ ਮਜ਼ਾਕ ਉੜਦਾ ਹੈ, ਸਿੱਖਾਂ ਦੇ ਬਾਰੇ ਜੋਕ ਹੁੰਦੇ ਨੇ, WhatsApp, ਸੋਸ਼ਲ ਮੀਡੀਆ, Facebook, ਉਸ ਤੇ ਜੋਕ ਪਾਏ ਜਾਂਦੇ ਨੇ, ਇੱਕ ਦੂਜੇ ਨੂੰ ਟੈਗ ਕੀਤਾ ਜਾਂਦਾ ਹੈ। ਹੁਣ ਬੱਚਾ ਤੇ ਕੁਝ ਨਹੀਂ ਸਮਝ ਪਾਉਂਦਾ, ਉਹ ਸਮਝਦਾ ਕਿ ਮੈਂ ਸਿੱਖ ਹਾਂ ਇਸ ਕਰਕੇ ਮੇਰਾ ਮਜ਼ਾਕ ਉੜ ਰਿਹਾ, ਕਲਾਸ 'ਚ ਬੱਚੇ ਹੱਸ ਰਹੇ ਨੇ। ਹੁਣ ਅਸੀਂ ਇਸ ਛੋਟੇ ਜਿਹੇ ਗੱਲ ਦੇ ਉੱਤੇ ਅਗਰ ਕੋਈ ਪੇਰੈਂਟ ਪ੍ਰਿੰਸੀਪਲ ਕੋਲ ਜਾਂਦਾ ਹੈ ਤੇ ਪ੍ਰਿੰਸੀਪਲ ਕੋ ਕੋਈ ਗਾਈਡਲਾਈਨ ਨਹੀਂ ਹੈ ਕਿ ਉਹ ਕਿਸ ਗਾਈਡਲਾਈਨ ਦੇ ਤਹਿਤ ਤੇ ਇਸ ਮੈਟਰ ਨੂੰ ਐਂਡ ਕਰੇ। ਠੀਕ ਹੈ, ਮੈਂ ਬਾਕੀ ਮਹਿਮਾਨਾਂ ਕੋਲ ਵੀ ਜਾਣਾ ਚਾਹੁੰਦਾ। ਹਰਦੀਪ ਸਿੰਘ ਜੀ, ਜਿਹੜੀ ਇਹ ਪ੍ਰੋਬਲਮ ਹੈ ਇਹ ਹੈ ਕਿ ਮਤਲਬ ਜੋ ਹੁਣ ਤੱਕ ਜਿਹੜੀ ਗੱਲ ਹੋਈ ਹੈ ਉਸ ਦੇ ਵਿੱਚ ਇਹ ਸਮਝ ਆਇਆ ਕਿ ਕਿਤੇ ਨਾ ਕਿਤੇ ਸਿੱਖਾਂ ਦੇ ਬਾਰੇ ਦੱਸਿਆ ਨਹੀਂ ਜਾ ਸਕਿਆ ਪੂਰੇ ਸਮਾਜ ਨੂੰ। ਅਸੀਂ ਇਹ ਕਹਿੰਦੇ ਹਾਂ ਕਿ ਜੇ SGPC ਜਾਂ DSGMC ਜੇ ਪ੍ਰਚਾਰ ਕਰ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਉੱਥੇ ਤਾਂ ਸਿਰਫ ਸਿੱਖ ਆਉਂਦੇ ਨੇ ਜਿਹੜੇ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਨੇ। ਜਿਹੜੇ ਨਾਨ ਸਿੱਖ ਲੋਕ ਨੇ ਉਹਨਾਂ ਦੇ ਕੋਲ ਕੀ ਸਹੀ ਤਰ੍ਹਾਂ ਨਾਲ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ ਦੇ ਵੱਲੋਂ ਹੈ? नहीं, मैं समझदा कि एक तो है कि अपने बारे कुछ दसना, उस प्रचार की गल है। एक होंदा है कि दुष्प्रचार, एंटी जो कोई एक माहौल तैयार किया जाना, उसके खिलाफ तैयार किया जाना, उसदे लई लंबे समय तो आजाद भारत दे विच लगातारता दे विच कुछ सब कुछ चलदा आया। और ये जो प्रॉब्लम है इस दे पिछे मैं कहां कि एक बीमार मानसिकता जिहड़ी है वो काम कर रही है। एक किसे भी इंसान दे उत्ते धर्म, जात, नस्ल, रंग दी वजह करके उसदे नाल जदों भेदभाव नहीं किया जा सकता ते फिर इस तरीके दी जिहड़ी कमेंट्स ने या कोई जिस तरह जोक्स दी गल होंदी है, ये किस तरीके हो सकता है? इट इज जस्ट ये ते जिहड़ा हैगा एक नफरत दे विचों उपजी हुई गल है। और मैं समझदा कि ये कोई सिंपली किसी तरीके दी दो गल्लां करन दे नाल नहीं हो सकता। ये ते इहदे दो पक्ष पहलू नहीं। एक तो इसदा कोई कानूनी तौर ते सीधा स्पष्ट ऐसा कानून होवे भी किसी दे भी उत्ते अगर कोई जाति तौर ते, धर्म के तौर ते कोई टिप्पणी की जाती है जिहड़ी गैर वाजिब है, उस खेतर दे विच इस नूं लिआंदा जावे कानूनी तौर ते। एक ते ये हो सकता है सो दैट कोई भी किसी दी भावना नूं, भावें वो सिख होवे ते भावें कोई होर होवे, किसी दी भावनावां नूं कोई ठेस ना पहुंचावे। एक ते पक्ष पहलू होना चाहिए है। दूसरा है कि जिहड़ी एक बीमार मानसिकता है जिसनूं एक साजिश के तहत मैं तो समझदा कि फैलाया गया कि एक स्पैसिफिक मिनोरिटी कम्युनिटी दे अगेंस्ट ऐसा कुछ ऐसे कमेंट्स दिते जाना, ऐसा कुछ बोलिया जावे ते सो दैट उन्हां दे एक अंदर जिहड़ी हैगी है उन्हां दी भावनावां दबन, वो डिप्रैस्ड अपने आप नूं फील करन, उन्हां च जिहड़ा हैगा एक ऐसा मानसिकता उन्हां दी बने कि कमजोर होवे उन्हां दी कॉम्प्लेक्स आ जाए बारे, अपने रिलीजन बारे, अपने कौम बारे कॉम्प्लेक्स जिहड़ा हैगा उन्हां दे विच पैदा करन दी कोशिशां ने। ये उस मकसद लिए सब कुछ हो रहा है। नहीं, कई लोग समझदा कि जिथे कोर्ट कानून ठीक है अपना पर ਅਸੀਂ ਇਹ ਸਮਝਣਾ ਚਾਹਾਂਗੇ ਪਿੰਕੀ ਜੀ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ, ਪਰ ਜਿਹੜਾ ਇਸ ਵਿੱਚ ਸਵਾਲ ਇਹ ਬਣਦਾ ਹੈ ਬਹੁਤ ਲੋਕ ਅਨਇੰਟੈਂਸ਼ਨਲੀ ਕਰਦੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਉਹ ਮਤਲਬ ਇਹ ਗਲਤ ਕਰ ਰਹੇ ਨੇ। ਉਹਨਾਂ ਨੂੰ ਐ ਲੱਗਦਾ ਕਿ ਇਹ ਤਾਂ ਸਮਾਜਿਕ, ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ, ਇਹ ਤਾਂ ਮਤਲਬ ਸਾਡੀ ਨਾਰਮਲ ਗੱਲਾਂ ਹੀ ਆ ਜਦੋਂ ਇਹ ਕਰਦੇ ਆ, ਤਾਂ ਉਹ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਏ? ਪਿੰਕੀ ਜੀ देखो जी, साडा देश जिहड़ा है बड़ा महान देश है, भारत देश। मानस की जात सभ्य के पहचान। इंसल्टिंग जोक कदे भी किसी के उपर नहीं करने चाहिए, क्योंकि जो इहो ਜਿਹੇ जोक असीं करते हैं तो उत्थों कड़त्तन वधदी है। कड़त्तन तो सानू दूर रहना चाहिए। ਉਹਦੇ ਨਾਲ मैं तुहानूं दसना चाहना है कि हुणे मेरे दोस्त बलविंदर जी ने दस्सिया, जौली साहब ने दस्सिया कि 2% तो घट जिहड़ी हैगी है जनसंख्या हैगी है सिखां दी। कांग्रेस पार्टी ने सिखां दे वास्ते की सारे धर्मां दे वास्ते सब कुछ किया। सरदार मनमोहन सिंह जी नूं प्रधानमंत्री 10 साल वास्ते बनाया, ज्ञानी जैल सिंह जी नूं राष्ट्रपति बनाया, बिक्रम सिंह जी नूं जनरल बनाया फौजां दा। मेरे कहण दा मतलब ये है कि ये सानूं सोचना पएगा कि मजाक तां किसे नाल भी नहीं होना चाहिए। जिहड़ा इहो जिहा मजाक है छोटे छोटे बच्चों के मनां दे विच गल जांदी है, क्योंकि जिहड़े बच्चे है
ਉਹ ਹੌਲੀ ਹੌਲੀ ਉਹਨਾਂ ਦੀ ਗਰੋਥ ਹੁੰਦੀ ਹੈ। ਆਪਾਂ ਇਹ ਕਹਿ ਰਹੇ ਹਾਂ ਪਿੰਕੀ ਜੀ ਵੀ ਇਸ ਦਾ ਹੱਲ ਕੀ ਹੈ, ਵੀ ਆਪਾਂ ਦੇਖਦੇ ਹਾਂ ਕਿ ਇਹਦਾ ਸਮਾਜ 'ਚ ਹੋ ਰਿਹਾ, ਵੀ ਇਸ ਦਾ ਹੱਲ ਕਿਸ ਤਰ੍ਹਾਂ ਨਾਲ, ਮਤਲਬ ਆਪਾਂ ਦੇਖੋ ਕਿਸੇ ਨੂੰ ਜਦੋਂ ਕੋਈ ਮਜ਼ਾਕ ਕਰ ਰਿਹਾ ਉਸ ਨੂੰ ਸਿੱਧਾ ਤੁਸੀਂ ਰੋਕਦੇ ਹੋ ਤਾਂ ਲੜਾਈਆਂ ਵਾਲੀ ਗੱਲ ਆਉਂਦੀ ਹੈ। ਯਾਮਿਨੀ ਗੋਮਰ ਜੀ ਵੀ ਕੁਝ ਕਹਿਣਾ ਚਾਹੁੰਦੇ। ਮੈਂ ਸਮਝਦਾ ਕਿ ਇਹ ਤੇ ਕਾਨੂੰਨ ਬਣ ਜਾਣਾ ਚਾਹੀਦਾ ਹੈ, ਜਿਹੜਾ ਕਾਨੂੰਨ ਤਾਂ ਬਹੁਤ ਸਾਰੇ ਬਣੇ ਹੋਏ ਆ, ਕਾਨੂੰਨ ਇੰਪਲੀਮੈਂਟ ਨਹੀਂ ਹੋ ਪਾ ਰਹੇ ਹੈਗੇ। ਉਹ ਸਰਕਾਰ ਦਾ ਕੰਮ ਹੈ, ਸਰਕਾਰ ਦਾ ਕੰਮ ਹੈ ਕਿ ਇਸ ਕਾਨੂੰਨ ਨੂੰ ਇੰਪਲੀਮੈਂਟ ਕਰਨਾ। ਇਹ ਜਿਹੜੇ ਜੋਕਸ ਆਉਂਦੇ ਆ ਉਹ ਹਰ ਧਰਮ ਤੇ ਬਣ ਰਹੇ ਆ, ਕੋਈ ਇਹ ਨਹੀਂ ਹੈ ਕਿਸੇ ਸਪੈਸੀਫਿਕ ਧਰਮ ਤੇ ਬਣ ਰਹੇ ਆ, ਤਾਂ ਕਿਸ ਤਰ੍ਹਾਂ ਨਾਲ ਇਸ ਦੇ ਉੱਪਰ ਆਮ ਸਮਾਜ ਨੂੰ ਸੈਂਸਿਟਾਈਜ਼ ਕਿਸ ਤਰ੍ਹਾਂ ਨਾਲ ਕੀਤਾ ਜਾਵੇ? ਦੇਖੋ ਬੜੀ ਸਿੰਪਲ ਜੀ ਗੱਲ ਹੈ, ਜਿਸ ਤਰ੍ਹਾਂ ਤੁਸੀਂ ਕਿਹਾ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਸਿੱਖ ਕੌਮ ਜਿਹੜੀ ਹੈ ਉਹਨਾਂ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਬਾਕੀ ਦੇ ਕੌਮਾਂ ਲਈ, ਇਹ ਸਾਰਿਆਂ ਨੂੰ ਪਤਾ ਹੈ ਤੇ ਅਸੀਂ ਸਾਰੇ ਹੀ ਬਹੁਤ ਰਿਸਪੈਕਟ ਕਰਦੇ ਹਾਂ ਸਿੱਖ ਕੌਮ ਦੀ, ਠੀਕ ਹੈ। ਬਾਕੀ ਜਿੱਥੇ ਤੱਕ ਤੁਸੀਂ ਇੱਕ ਪੁਆਇੰਟ ਕੀਤਾ ਹੈ ਅਨਇੰਟੈਂਸ਼ਨਲੀ ਦਾ, ਠੀਕ ਹੈ, ਜੋ ਹਿਸਟਰੀ ਹੈ ਸਿੱਖ ਕੌਮ ਦੀ, ਉਹ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਸਿੱਖ ਕੌਮ ਦੀ ਹਿਸਟਰੀ ਕੀ ਹੈ। ਪਰ ਜੇ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਵਿਲ ਟੇਕ ਐਗਜ਼ਾਮਪਲ ਆਫ, ਜੈਸੇ ਦਿੱਲੀ ਦਾ ਵੀ ਐਗਜ਼ਾਮਪਲ ਲਈਏ, ਠੀਕ ਹੈ, ਜਿਵੇਂ ਉੱਥੇ ਐਜੂਕੇਸ਼ਨ ਕੀਤੀ, ਅਸੀਂ ਕਦੀ ਸਿੱਖ ਹਿਸਟਰੀ ਨਹੀਂ ਪੜ੍ਹੀ, ਹਿਸਟਰੀ ਆਫ ਸਿੱਖਸ ਨਹੀਂ ਪੜ੍ਹੀ। ਉੱਥੇ ਜਨਰਲ ਲੋਕਾਂ ਨੂੰ ਨਹੀਂ ਪਤਾ ਕਿ ਸਿੱਖਾਂ ਨੇ ਕਿੰਨੇ ਬਲੀਦਾਨ ਦਿੱਤੇ ਆ ਮਾਨਵਤਾ ਲਈ। ਉਹਨਾਂ ਲਈ ਜੇ ਕੁਝ ਇੱਕ ਜੋਕ ਆਇਆ ਤਾਂ ਉਹਨਾਂ ਨੇ ਇੱਕ ਜੋਕ ਮੰਗ ਕੇ ਉਹਨੂੰ ਸ਼ਾਇਦ ਅੱਗੇ ਕਰਤਾ, ਠੀਕ ਹੈ। ਇਸ ਲਈ ਇਹਨੂੰ ਰੋਕਣ ਲਈ ਮੇਰੇ ਖਿਆਲ ਜਿਸ ਤਰ੍ਹਾਂ ਕਹਿ ਰਹੇ ਕਿ ਰੂਲਸ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ, ਇਸ ਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਆਪਣੀ ਮੋਰਲ ਰਿਸਪੌਂਸਿਬਿਲਿਟੀ ਬਹੁਤ ਵੱਡੀ ਬਣਦੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਕਿਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਅਸੀਂ ਕਿਸ ਚੀਜ਼ ਨੂੰ ਐਕਸੈਪਟ ਕਰਨਾ, ਕਿਸ ਨੂੰ ਨਹੀਂ। ਤਾਂ ਕਿਉਂ ਨਹੀਂ ਅਸੀਂ ਜੇ ਇਸ ਤਰ੍ਹਾਂ ਦਾ ਕੋਈ ਜੋਕ ਕੋਈ ਸੁਣਦਾ ਹੈ ਤਾਂ ਉਹਨੂੰ ਫਾਰਵਰਡ ਕਰਨ ਦੀ ਬਜਾਏ ਉਹ ਉੱਥੇ ਹੀ ਉਹਨੂੰ ਕਿਉਂ ਨਹੀਂ ਸਟਾਪ ਕਰਦਾ, ਤਾਂ ਇੱਕ ਕਮੈਂਟ ਕਿਉਂ ਨਹੀਂ ਪਾ ਦਿੰਦੇ ਕਿ ਇਸ ਤਰ੍ਹਾਂ ਦੇ ਜੋਕਸ ਤੁਹਾਨੂੰ ਨਹੀਂ ਕਰਨੇ ਚਾਹੀਦੇ? ਕਿਉਂ ਅਸੀਂ ਆਪ ਆਪਣੇ ਬੱਚਿਆਂ ਨੂੰ ਨਹੀਂ ਐਜੂਕੇਟ ਕਰਦੇ ਇਸ ਕੌਮ ਦੇ ਬਾਰੇ? ਕਿਉਂ ਅਸੀਂ ਉਹਨਾਂ ਨੂੰ ਨਹੀਂ ਦੱਸਦੇ ਕਿ ਇਹੀ ਕੌਮ, ਕਿਉਂ ਕਿਸੇ ਵੀ ਕੌਮ ਦੇ ਬਾਰੇ, ਕਿਸੇ ਵੀ ਕਾਸਟ ਕ੍ਰੀਡ ਕਿਸੇ ਦੇ ਬਾਰੇ ਵੀ ਇਸ ਤਰ੍ਹਾਂ ਦਾ ਕਮੈਂਟ ਕਰਨਾ ਗਲਤ ਹੈ? ਤੇ ਜੇ ਸਕੂਲ 'ਚ ਆਪਣੇ ਬੱਚਿਆਂ ਨੂੰ ਅਸੀਂ ਦੱਸ ਸਕਦੇ ਹਾਂ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਇਹ ਬਿਲਕੁਲ ਗਲਤ ਹੈ, ਤੁਸੀਂ ਆਪਣੇ ਫੋਲੋ ਸਟੂਡੈਂਟਸ ਨੂੰ ਵੀ ਦੱਸੋ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਨਾ ਜਾ ਸਕੇ। ਠੀਕ ਹੈ ਜੋਲੀ ਜੀ, ਜਿਹੜੀ ਇਸ ਦੇ ਵਿੱਚ ਜੇ ਅਸੀਂ ਇਹ ਰਿਸਪੌਂਸਿਬਿਲਿਟੀ ਨਹੀਂ ਲਾਂਗੇ, ਜਿਹੜੀ ਪ੍ਰੋਬਲਮ ਆਪਾਂ ਗੱਲ ਤਾਂ ਕਰ ਰਹੇ ਕਿ ਹੋਣਾ ਕੀ ਚਾਹੀਦਾ, ਪਰ ਉਹ ਹੋਵੇ ਕਿਸ ਤਰ੍ਹਾਂ ਨਾਲ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਤੇ ਨਾ ਕਿਤੇ ਜਿਹੜਾ ਹੈ, ਮਤਲਬ ਮੈਨੂੰ ਜੋ ਲੱਗ ਰਿਹਾ ਹੈਗਾ, ਜੋ ਜਿਸ ਤਰ੍ਹਾਂ ਦਿੱਲੀ ਦੀ ਵੀ ਗੱਲ ਹੈ, DSGMC ਇੱਥੇ ਕੰਮ ਕਰ ਰਹੀ ਹੈ, ਉਹ ਦੱਸਿਆ ਨਹੀਂ ਜਾ ਪਾ ਰਿਹਾ ਹੈਗਾ ਲੋਕਾਂ ਨੂੰ ਇਸ ਦੇ ਬਾਰੇ ਕਿ ਇਤਿਹਾਸ ਕੀ ਹੈ ਸਿੱਖਾਂ ਦਾ, ਕਿ ਉਹਨਾਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ, ਤਾਂ ਹੀ ਉਹ ਮਜ਼ਾਕ ਬਣ ਰਿਹਾ। ਜਿਸ ਤਰ੍ਹਾਂ ਨਾਲ ਅਸੀਂ ਗੱਲ ਕਰੀਏ ਉਸ ਦੀ ਚਰਚਾ ਬੜੀ ਜ਼ਰੂਰੀ ਬਣਦੀ ਹੈ। ਅਸੀਂ ਵਾਰ-ਵਾਰ ਹੁਣ ਇੱਥੇ ਜਿਵੇਂ 12 ਵਜ ਗਏ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜੇ 12 ਵਜ ਗਏ ਦਾ ਅਸਲੀ ਮਤਲਬ ਕੀ ਸੀ। ਇਹ ਤਾਂ ਉਹ ਕੌਮ ਸੀ ਜਿਹੜੀ ਰਾਤ ਨੂੰ 12 ਵਜੇ ਜਾ ਕੇ ਬਚਾਉਂਦੀ ਸੀਗੀ ਹਰ ਧਰਮ ਦੇ ਲੋਕਾਂ ਨੂੰ, ਜਿਹੜੇ ਵੀ ਭਾਰਤੀ ਸੀਗੀ। ਉਸ ਚੀਜ਼ ਦਾ ਮਜ਼ਾਕ ਉਲਟਾ ਬਣਾ ਲਿਆ ਗਿਆ, ਉਸ ਚੀਜ਼ ਨੂੰ ਨੈਗੇਟਿਵਲੀ ਲਿਆ ਗਿਆ। ਤਾਂ ਇਹ ਕਿਤੇ ਨਾ ਕਿਤੇ ਪ੍ਰਚਾਰ ਦੀ ਕਮੀ ਜਾਂ ਉਸਨੂੰ ਅਵੇਅਰਨੈਸ ਦੀ ਕਮੀ, ਦੁਸ਼ਪ੍ਰਚਾਰ ਬਣ ਗਈ। ਦੇਖੋ ਜੀ, ਪ੍ਰਚਾਰ ਦੀ ਕਮੀ ਕਿਸ ਤਰ੍ਹਾਂ ਕਹਿ ਸਕਦੇ ਹਾਂ ਜੀ? ਅਸੀਂ ਦਿੱਲੀ ਗੁਰਦੁਆਰਾ ਕਮੇਟੀ ਨੇ ਸਿੱਖ ਧਰਮ ਬਾਰੇ ਜਿੰਨਾ ਪ੍ਰਚਾਰ, ਜਿੰਨੇ ਗੁਰਪੁਰਬ, ਜਿੰਨੇ ਨਗਰ ਕੀਰਤਨ, ਜਿੰਨਾ ਪ੍ਰਚਾਰ ਕੀਤਾ ਹੈ, ਔਰ ਜਿੰਨੇ ਬੱਚੇ ਨਾਨ ਸਿੱਖ ਸਕੂਲਾਂ 'ਚ ਵੀ ਪੜ੍ਹ ਰਹੇ ਨੇ, ਕਾਲਜਾਂ 'ਚ ਪੜ੍ਹ ਰਹੇ ਨੇ, ਉਹਨਾਂ ਨੂੰ ਸਭ ਕੁਝ ਪਤਾ ਹੈ ਕਿ ਕਿੰਨੇ ਸਿੱਖ ਨੇ, ਕਿਸ ਤਰ੍ਹਾਂ ਅਰਦਾਸ ਹੁੰਦੀ ਹੈ, ਕਿਸ ਤਰ੍ਹਾਂ ਸਾਰੀ ਸੈਰੇਮਨੀਜ਼ ਹੁੰਦੀਆਂ। ਔਰ ਤੁਸੀਂ ਸਮਝਦੇ ਹੋ ਕਿ ਸਿੱਖਾਂ ਦੇ ਸੁੱਖ ਦੁੱਖ ਸਿਰਫ ਸਿੱਖ ਹੀ ਹੁੰਦੇ ਨੇ? ਨਾਨ ਸਿੱਖ ਵੀ ਹੁੰਦੇ ਨੇ। ਉਹਨਾਂ ਨੂੰ ਸਿੱਖਾਂ ਬਾਰੇ ਸਭ ਕੁਝ ਪਤਾ ਹੈ, ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ। ਬੰਗਲਾ ਸਾਹਿਬ ਗੁਰਦੁਆਰਾ ਤੁਸੀਂ ਜਾਓ, ਦੇਖੋ ਕਿੰਨਾ ਨਾਨ ਸਿੱਖ ਆਉਂਦਾ, ਉਹਨਾਂ ਨੂੰ ਸਭ ਕੁਝ ਪਤਾ ਹੈ। ਜਿੱਥੇ ਗੱਲ ਆਉਂਦੀ ਹੈ ਮਜ਼ਾਕ ਉਡਾਉਣ ਦੀ, ਇਹ ਇੱਕ ਸਪੈਸ਼ਲ ਇੱਕ ਸਿਸਟਮ ਬਣਾ ਲਿਆ ਗਿਆ ਹੈ ਜੋਕਸ ਬਣਾ ਕੇ ਵੇਚਣ ਦਾ। ਔਰ ਉਹ ਏਜੰਸੀਆਂ ਕੁਝ ਐਸੀ ਕੰਮ ਕਰ ਰਹੀਆਂ ਜਿਹੜਾ ਕਿ ਇਹਨਾਂ ਨੂੰ ਜੋਕ ਬਣਾ ਕੇ ਵੇਚਦੀਆਂ। 5000 ਵੈਬਸਾਈਟ ਹੈਗੀਆਂ, 5000, ਜਿਹੜੇ ਕਿ ਸਿਰਫ ਸਿੱਖਾਂ ਦੇ ਜੋਕ ਬਣਾ ਕੇ ਉਹਨੂੰ ਵੇਚਣ ਦਾ ਕੰਮ ਕਰ ਰਹੀਆਂ। ਔਰ ਉਸ ਤੇ ਕੋਈ ਬੈਨ ਨਹੀਂ ਹੈ, ਉਸ ਤੇ ਕੋਈ ਫਿਲਟਰ ਨਹੀਂ ਹੈ। ਪ੍ਰਚਾਰ ਸਿੱਖਾਂ ਦੇ ਧਰਮ ਦੇ ਬਾਰੇ ਮੈਂ ਨਹੀਂ ਸਮਝਦਾ ਕਿ ਅੱਜ ਐਸਾ ਕਿਸੇ ਨੂੰ ਨਹੀਂ ਪਤਾ ਕਿ ਸਿੱਖ ਕੌਣ ਨੇ, ਸਿੱਖਾਂ ਨੇ ਕੀ ਕੁਝ ਅੱਜ ਤੱਕ ਕੀਤਾ ਹੈ, ਔਰ ਸਿੱਖਾਂ ਦੀ ਕੀ ਕੁਝ ਜਿਹੜੀਆਂ ਹੈ ਅਚੀਵਮੈਂਟਸ ਹੈਗੀਆਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ। ਕਿੱਥੇ ਭੁਚਾਲ ਆ ਜਾਏ, ਕਿੱਥੇ ਫਲੱਡ ਆ ਜਾਏ, ਦਿੱਲੀ ਗੁਰਦੁਆਰਾ ਕਮੇਟੀ ਹਰ ਜਗ੍ਹਾ ਲੰਗਰ ਲਗਾਉਂਦੀ ਹੈ, ਸਭ ਨੂੰ ਦਿਖਦਾ, ਸਾਰਿਆਂ ਨੂੰ ਪਤਾ ਚੱਲਦਾ ਹੈ। ਜਿੱਥੇ ਤੱਕ ਗੱਲ ਮੈਂ ਕਰਾਂ ਇਟਲੀ, ਪੱਗ ਦੇ ਉੱਤੇ ਜਿੱਥੇ ਉੱਥੇ ਜਾ ਕੇ ਇੱਕ ਪ੍ਰੋਬਲਮ ਖੜੀ ਹੋਈ, ਸਾਡੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀ ਕੇ ਉੱਥੇ ਧਰਨੇ ਤੇ ਬਹਿ ਗਏ ਇਟਲੀ ਤੇ ਉਸ ਪੱਗ ਦਾ, ਉਸ ਆਬਜੈਕਸ਼ਨ ਦਾ, ਉਸ ਪ੍ਰੋਟੈਸਟ ਦਾ ਕਿੰਨਾ ਵੱਡਾ ਪ੍ਰਚਾਰ ਹੋਇਆ ਸਭ ਨੂੰ ਪਤਾ ਹੈ। ਲੇਕਿਨ ਜਿੱਥੇ ਉਸ ਨੂੰ ਮਿਸਯੂਜ਼ ਕਰਨਾ ਹੈ ਸੋਸ਼ਲ ਮੀਡੀਆ ਤੇ, ਜਿਵੇਂ ਹੁਣੇ ਭੈਣ ਜੀ ਦੱਸ ਰਹੇ ਨੇ, ਮੈਂ ਮੰਨਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਰੋਕ ਹੋਣੀ ਚਾਹੀਦੀ ਹੈ, ਕੋਈ ਰੋਕ ਕੇ ਰਾਜੀ ਨਹੀਂ। ਮਜ਼ਾਕ ਆਇਆ, ਮਜ਼ਾਕ ਨੂੰ ਫਾਰਵਰਡ ਕਰਤਾ, ਬੱਚਿਆਂ ਨੂੰ ਕੋਈ ਸਮਝਾਇਆ ਨਹੀਂ ਜਾ ਰਿਹਾ। ਦੇਖੋ
ਚਲੋ इसी तरह इसी तरह SC ST एक्ट सीगा जब तक SC ST एक्ट नहीं ਬਣਿਆ ਸੀਗਾ ਉਸ ਤੋਂ ਪਹਿਲਾਂ ਇਹੀ ਪ੍ਰੋਬਲਮ ਆਂਦੀ ਸੀਗੀ ਕਿ ਸਾਰਿਆਂ ਦੇ ਉੱਤੇ ਮਜ਼ਾਕ ਉੱਡਦਾ ਸੀ ਲੇਕਿਨ ਜਦ ਦਾ SC ST ਐਕਟ ਬਣ ਗਿਆ ਲੋਕਾਂ ਨੂੰ ਸਮਝ ਆ ਗਈ ਕਿ ਅਗਰ ਇੱਕ ਪਾਰਟਿਕੂਲਰ ਕਮਿਊਨਿਟੀ ਬਾਰੇ ਕੋਈ ਗਲਤ ਗੱਲ ਕੀਤੀ ਗਈ ਤੇ ਬੇਲ ਨਹੀਂ ਮਿਲਣੀ ਜੇਲ੍ਹ ਜਾਣਾ ਪੈਣਾ ਸਾਰਾ ਕੁਝ ਬੰਦ ਹੋ ਗਿਆ ਅੱਜ ਮੈਂ ਕਹਿੰਦਾ ਹਿੰਮਤ ਨਹੀਂ ਹੋਣੀ ਕਿਸੇ ਦੀ ਕਿ ਪਬਲਿਕ ਫੋਰਮ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ SC ST ਬਾਰੇ ਕੋਈ ਗਲਤ ਰਿਮਾਰਕ ਲਿਖ ਕੇ ਦਿਖਾ ਦੇ ਅੱਜ ਅਸੀਂ ਚਾਹੁੰਦੇ ਆ ਸਰਕਾਰ ਤੋਂ ਮੰਗ ਕਰਨੇ ਆ ਕੋਰਟ ਤੋਂ ਮੰਗ ਕਰਨੇ ਆ ਕਿ ਇਸ ਦੇ ਉੱਤੇ ਇੱਕ ਐਸਾ ਕਾਨੂੰਨ ਬਣੇ ਜਿਹੜਾ ਅੱਜ ਬਣ ਜਾਏਗਾ ਆਉਣ ਵਾਲੇ ਟਾਈਮ 'ਚ 5 ਸਾਲ 7 ਸਾਲ 10 ਸਾਲ ਬਾਅਦ ਇਹ ਸਾਰੀ ਚੀਜ਼ਾਂ ਵਾਸ਼ ਆਊਟ ਹੋ ਜਾਣਗੀਆਂ ਕਿਸੇ ਦੀ ਹਿੰਮਤ ਨਹੀਂ ਹੋਏਗੀ ਜੋ ਕਰਨ ਦੀ ਮਜ਼ਾਕ ਉਡਾਉਂਦੇ ਕਿਸੇ ਵੀ ਪਾਰਟਿਕੂਲਰ ਕਮਿਊਨਿਟੀ ਦਾ ਭਾਵੇਂ ਸਿੱਖ ਹੋਏ ਭਾਵੇਂ ਬਿਹਾਰ ਦਾ ਹੋਏ ਭਾਵੇਂ ਗੁਜਰਾਤ ਦਾ ਹੋਵੇ ਭਾਵੇਂ ਅਸਾਮ ਦਾ ਹੋਵੇ ਭਾਵੇਂ ਨਾਰਥ ਈਸਟ ਦਾ ਹੋਵੇ ਠੀਕ ਹੈ ਇਸ ਦੇ ਵਿੱਚ ਮੈਂ ਹੁਣ ਸਭ ਤੋਂ ਨਾ ਇੱਕ ਸੁਝਾਅ ਜ਼ਰੂਰ ਲੈਣਾ ਚਾਹੂੰਗਾ ਜਿਸ ਤਰ੍ਹਾਂ ਤੁਸੀਂ ਆਪਾਂ ਸੁਝਾਅ ਦੀ ਗੱਲ ਕਰ ਰਹੇ ਹਾਂ ਅਦਾਲਤ ਨੇ ਮੰਗੇ ਨੇ ਜੋਲੀ ਪਹਿਲਾਂ ਤੁਸੀਂ ਦੱਸੋ ਸੁਝਾਅ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਦੇਖੋ ਜੀ ਅਸੀਂ ਗਾਈਡਲਾਈਨਸ ਬਣਾ ਰਹੇ ਹਾਂ ਉਸ 'ਚ ਕਿਸ ਤਰ੍ਹਾਂ ਦੀਆਂ ਤੁਸੀਂ ਚੀਜ਼ਾਂ ਐਡ ਕਰ ਰਹੇ ਹੋ ਇੱਕ ਤੇ SC ST ਐਕਟ ਦੇ ਬਰਾਬਰ ਇੱਕ ਐਂਟੀ ਬੁਲਿੰਗ ਐਕਟ ਚਾਹੁੰਦੇ ਹਾਂ ਅਸੀਂ ਠੀਕ ਹੈ ਐਂਟੀ ਰੇਸਿਜ਼ਮ ਐਕਟ ਹੈ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਜਾ ਕੇ ਗੂਗਲ ਤੇ ਸਰਚ ਕਰੋ ਤੁਹਾਨੂੰ ਪਤਾ ਚੱਲ ਜਾਏਗਾ ਸਾਰੀ ਕੰਟਰੀਜ਼ ਕਿਸ ਤਰ੍ਹਾਂ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਦੀਆਂ ਅਸੀਂ ਵੀ ਭਾਰਤ ਸਰਕਾਰ ਤੋਂ ਇਹ ਚਾਹੁੰਦੇ ਹਾਂ ਕਿ ਸਿੱਖਾਂ ਦੇ ਬਾਰੇ ਮਾਈਨੋਰਿਟੀਜ਼ ਦੇ ਬਾਰੇ ਹੋਰ ਜਿਹੜੇ ਕੁਝ ਇਸ ਤਰ੍ਹਾਂ ਦੇ ਕਮਿਊਨਿਟੀਜ਼ ਨੇ ਜਿਹੜੀ ਇਫੈਕਟਡ ਹੋ ਰਹੀਆਂ ਉਹਨਾਂ ਦੇ ਬਾਰੇ ਸੋਚਿਆ ਜਾਏ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਕਰੋੜਾਂ ਰੁਪਏ ਦਾ ਵਪਾਰ ਕਰਕੇ ਕਿਸੇ ਦੀ ਜਿਹੜੀ ਹੈ ਇੱਜ਼ਤ ਦੇ ਨਾਲ ਖੇਲਿਆ ਨਾ ਜਾਏ ਇੱਕ ਗੱਲ ਇਸ ਦੇ ਉੱਤੇ ਗਾਈਡਲਾਈਨ ਸਕੂਲ ਲੈਵਲ ਤੋਂ ਸ਼ੁਰੂ ਹੋਏਗੀ ਸਕੂਲ ਦੇ ਵਿੱਚ ਅਗਰ ਕੋਈ ਬੱਚਾ ਇਨਸਲਟ ਫੀਲ ਕਰਦਾ ਹੈ ਉਹ ਆਪਣੇ ਪੇਰੈਂਟ ਨੂੰ ਕਹਿੰਦਾ ਪੇਰੈਂਟ ਪ੍ਰਿੰਸੀਪਲ ਕੋਲ ਜਾਂਦਾ ਹੈ ਪ੍ਰਿੰਸੀਪਲ ਕਹਿੰਦਾ ਜੀ ਮੈਂ ਟੇਕ ਕੇਅਰ ਕਰਾਂਗਾ ਅੱਗੇ ਤੋਂ ਨਹੀਂ ਹੋਏਗਾ ਬਟ ਉਸ ਤੇ ਕੋਈ ਐਕਸ਼ਨ ਨਹੀਂ ਹੈ ਹੁਣ ਉਹ ਕੀ ਐਕਸ਼ਨ ਹੋਏਗਾ ਉਹ ਕੀ ਗਾਈਡਲਾਈਨਸ ਬਣਨਗੀਆਂ ਉਹ ਅਸੀਂ ਕਮੇਟੀ ਬਣਾਈ ਹੈ ਉਸ ਕਮੇਟੀ ਅੰਦਰ ਰਿਟਾਇਰਡ ਜੱਜਸ CA ਐਡਵੋਕੇਟ ਸੀਨੀਅਰ ਐਡਵੋਕੇਟ ਸਾਰੇ ਅਸੀਂ ਪਾ ਰਹੇ ਹਾਂ ਪਰ ਮੈਂ ਤੁਹਾਨੂੰ ਥੋੜਾ ਜਿਹਾ ਉਹਦੇ ਅੰਦਰ ਦੱਸ ਦਿੰਦਾ ਉਹ ਕਮੇਟੀ ਦੇ ਅੰਦਰ ਫਰਸਟ ਸਟੈਪ ਇਹੀ ਹੋਏਗਾ ਕਿ ਉਸ ਦੇ ਉੱਤੇ ਐਕਸ਼ਨ ਲਿਆ ਜਾਏਗਾ ਇੱਕ ਵਾਰਨਿੰਗ ਦਿੱਤੀ ਜਾਏਗੀ ਪੇਰੈਂਟਸ ਨੂੰ ਸਮਝਾਇਆ ਜਾਏਗਾ ਬੱਚੇ ਦੇ ਕਿ ਕਿਸ ਤਰ੍ਹਾਂ ਕੀਤਾ ਜਾਏ ਇਹ ਤੇ ਹੋ ਗਿਆ ਸਕੂਲ ਦਾ ਕਾਲਜ ਦਾ ਇੰਸਟੀਚਿਊਟ ਦਾ ਪਬਲਿਕ ਪਲੇਸ ਦਾ ਪਬਲਿਕ ਪਲੇਸ ਵਰਕ ਪਲੇਸ ਔਰ ਪਬਲਿਕ ਟਰਾਂਸਪੋਰਟ ਦੇ ਅੰਦਰ ਜੋ ਸਭ ਤੋਂ ਜ਼ਿਆਦਾ ਬੁਲਿੰਗ ਹੁੰਦੀ ਹੈ ਦੋ ਕੋਈ ਤੁਸੀਂ ਸਮਝੋ ਦੋ ਬੰਦੇ ਖੜੇ ਨੇ ਬੱਸ 'ਚ ਜਾਣ ਕੇ ਮਜ਼ਾਕ जोक सुनाते ने एक सरदार ने ये कहा दूसरे सरदार ने ये कहा पिछे साडा कोई सिख भरा सुन रहा है ये जान के सुनाया जाता है उन्होंने तंग करने लई इस दे उत्ते लॉ दे अंदर कोई प्रोविजन नहीं है कि जेड़ा डायरेक्टली तुहानू हिट करेगा उस दे उत्ते प्रोविजन है इनडायरेक्टली तुहानू कोई हिट करता है जान के सुनाया जाता है किथे जान के कोई बोर्ड लगाया जाता है दिखाया जाता है जब तक उस दे विच कोई नाम होएगा पर्टिकुलर वो एक्शन ले सकता है अदरवाइज पब्लिक एट लार्ज जनरल सिखां दे बारे कोई तुसी पर्टिकुलर सोचो कि सेक्शन दे अंदर एक्शन लईए वो नहीं है वो ਅਸੀਂ ਸਾਰੀ ਕਾਨੂੰਨ ਦੀ ਗੱਲ ਹੋ ਗਈ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਆਮ ਜਿਹੜੀ ਸਮਾਜ ਨੂੰ ਸੈਂਸਿਟਾਈਜ਼ ਕਿਸ ਤਰ੍ਹਾਂ ਕੀਤਾ ਜਾਏ ਪਿੰਕੀ ਜੀ ਦੇਖੋ ਜੀ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਇਨੀਸ਼ੀਏਟਿਵ ਲਿਆ ਬੜਾ ਅੱਛਾ ਇਨੀਸ਼ੀਏਟਿਵ ਹੈ ਉਹਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਇਨੀਸ਼ੀਏਟਿਵ SGPC ਨੂੰ ਵੀ ਲੈਣਾ ਚਾਹੀਦਾ ਸੀ ਪਰ ਇਹਦੇ ਉੱਪਰ ਜਿਹੜਾ ਹੈ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਹੈ ਕਿਉਂਕਿ ਸਾਡਾ ਦੇਸ਼ ਬੜਾ ਮਹਾਨ ਹੈ ਉਹਦੇ ਵਿੱਚ ਹੁਣ ਇੱਕ ਕਾਨੂੰਨ ਦੀ ਗੱਲ ਉਹਨਾਂ ਨੇ ਵੀ ਕੀਤੀ ਹੈ ਕਿ ਇਹ ਜਿਹੜਾ ਜਦੋਂ ਇਹ ਗੱਲ ਸਾਹਮਣੇ ਆਈ ਸੀ ਸਰਕਾਰ ਨੂੰ ਨਾਲ ਦੀ ਨਾਲ ਇਹਦੇ ਉੱਪਰ ਕਾਨੂੰਨ ਬਣਾ ਦੇਣਾ ਚਾਹੀਦਾ ਸੀ ਜਿਵੇਂ SC ST ਐਕਟ ਬਣਿਆ ਹੈ ਇਹ ਬੜਾ ਜ਼ਰੂਰੀ ਹੈ ਕਿਉਂਕਿ ਜੇ ਬਣ ਜਾਏਗਾ ਤਾਂ ਉਹਦੇ ਨਾਲ ਮੈਂ ਸਮਝਦਾ ਹਾਂ ਕਿ ਸਭ ਨੂੰ ਰਾਹਤ ਮਿਲੇਗੀ ਸਾਰੇ ਧਰਮਾਂ ਨੂੰ ਰਾਹਤ ਮਿਲੇਗੀ ਸਾਰੀਆਂ ਜਾਤੀਆਂ ਨੂੰ ਰਾਹਤ ਮਿਲੇਗੀ ਅਸੀਂ ਸਭ ਦਾ ਆਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਇਹਦੇ ਸਰਕਾਰ ਨੂੰ ਹੁਣ ਤੱਕ ਇਹ ਬਣਾ ਦੇਣਾ ਚਾਹੀਦਾ ਸੀ ਇਹਦੇ 'ਚ ਦੇਰੀ ਕਿਉਂ ਹੋਈ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਇਉਂ ਹੀ SGPC ਨੂੰ ਚਾਹੀਦਾ ਹੈ ਕਿ ਅੱਗੇ ਵੱਧ ਕੇ ਇਹ ਕੰਮ ਕਰਨਾ ਚਾਹੀਦਾ ਸੀ ਜਿੱਥੇ ਵੀ ਕੋਈ ਗੱਲ ਆਉਂਦੀ ਹੈ ਦੇਖੋ ਨੁਮਾਇੰਦੇ ਸਾਡੇ ਨਾਲ ਨੇ ਮੈਂ ਹਰਦੀਪ ਸਿੰਘ ਜੀ ਤੁਹਾਡਾ ਵੀ ਇਸ ਦੇ ਵਿੱਚ ਯੋਗਦਾਨ ਚਾਹੂੰਗਾ ਕਿਸ ਤਰ੍ਹਾਂ ਦੇ ਸੁਝਾਅ ਤੁਸੀਂ ਚਾਹੋਗੇ देखो जिथे तक तो है एक आम इंसान वालों ऐसे कोई कुछ बोलिया जाना वो तो मानसिकता च भर चुके हैं जिस दे लई जगाउण दे लई जिथे लोगां नूं चेतन करन दी भी लोड़ है उत्थे नाल दी नाल कानून दी भी लोड़ है तां जो कोई गलत किसी दे बारे महसूस कर रहे हैं कानून दी लोड़ है ठीक है ये तो है अनऑर्गेनाइज्ड एक अनऑर्गेनाइज्ड है एक ऑर्गेनाइज्ड है जिस तरीके कुछ वेबसाइट्स ने वो स्पेसिफिकली अपने पैसे वास्ते कर रही हैं एक नंबर 2 मीडिया दे विच हैगा ऐसे जिहड़े ने एपिसोड्स बनदे ने ऐसे टीवी सीरियल्स बनदे ने जिन्हां दे विच
ਇੰਟੈਂਸ਼ਨਲ ਵੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਆਰਗੇਨਾਈਜ਼ਡ ਵੇ ਨਾਲ ਕੀਤਾ ਜਾ ਰਿਹਾ। ਉਸ ਦੇ ਲਈ ਇਹ ਬਕਾਇਦਾ ਤੌਰ ਤੇ ਜਿਹੜਾ ਹੈ ਸੈਂਸਰ ਬੋਰਡ ਦੇ ਵਿੱਚ ਜਿਹੜੀ ਹੈ ਉਹ ਸਿੱਖਾਂ ਦੀ ਸ਼ਮੂਲੀਅਤ ਹੋਣੀ ਜਾਂ ਇਹਨਾਂ ਚੀਜ਼ਾਂ ਨੂੰ ਬਹੁਤ ਇੱਕ ਸੈਂਸਿਟਿਵ ਢੰਗ ਦੇ ਨਾਲ ਲੈਂਦਿਆਂ ਹੋਇਆਂ ਇਹਨਾਂ ਚੀਜ਼ਾਂ ਨੂੰ ਰਿਮੂਵ ਕੀਤਾ ਜਾਣਾ, ਇਹ ਇੱਕ ਦੂਸਰੀ ਬਹੁਤ ਵੱਡੀ ਜ਼ਰੂਰਤ ਹੈ। ਤੀਸਰੀ ਜਿਹੜੀ ਅਸਲ ਜਿਹੜੀ ਗੱਲ ਹੈ, ਜਿੱਥੇ ਇੱਕ ਕੋਈ ਐਕਟ ਕਾਨੂੰਨ ਬਣੇ, ਇੱਕ ਸੈਂਸਰ ਬੋਰਡ ਦੇ ਵਿੱਚ ਕੋਈ ਗੱਲ ਹੋਵੇ ਜਾਂ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਆਰਗੇਨਾਈਜ਼ਡ ਵੇ ਨਾਲ ਇਸ ਕੰਮ ਨੂੰ ਕਰ ਰਹੇ ਉਹਨਾਂ ਦੇ ਉੱਤੇ ਇੱਕ ਸਟਰਨ ਐਕਸ਼ਨ ਲਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੀ ਮਾਨਸਿਕਤਾ ਦੀ ਤਬਦੀਲੀ ਹੈ ਉਹਦੇ ਲਈ ਮੈਂ ਤੇ ਕਹਾਂ ਕਿ ਕੱਲਾ ਸਿੱਖਾਂ ਦੇ ਨਹੀਂ, ਕਿਸੇ ਦੇ ਬਾਰੇ ਵੀ ਨਸਲ, ਜਾਤ, ਧਰਮ, ਰੰਗ, ਭੇਦ ਦੇ ਮੁੱਖ ਰੱਖ ਕੇ ਹੋਏ ਕਿਸੇ ਤਰ੍ਹਾਂ ਦੀ ਬੁਲਿੰਗ ਕਰਨੀ, ਕਿਸੇ ਤਰੀਕੇ ਦਾ ਹੇਟ ਕਰਾਈਮ, ਮੈਂ ਮਾਫ ਕਰਨਾ, ਟਾਈਮ ਵਕਤ ਮੇਂ ਪੂਰਾ ਜ਼ਿਆਦਾ ਹੋ ਰਿਹਾ, ਐਕਸੀਡ ਹੋ ਰਿਹਾ। ਮੈਂ ਯਾਮਿਨੀ ਜੀ ਤੁਹਾਡੇ ਤੋਂ ਵੀ ਸਵਾਲ ਨਹੀਂ ਲੈ ਪਾ ਰਹਾ, ਮੈਂ ਮਾਫੀ ਚਾਹੂੰਗਾ, ਵਕਤ ਪੂਰਾ ਹੋ ਰਿਹਾ, प्लीज मैं माफी चाहूंगा, और वक्त नहीं मैं दे पाऊंगा। मैं बहुत बहुत धन्यवाद करूंगा। एक छोटी सी चीज जी यामिनी जी, ठीक है, लास्ट चीज जरूर कहना जी जी यामिनी जी, एक छोटी सी चीज जरूर कहना चाहूंगी। बिल्कुल रूल्स रेगुलेशंस बनना बहुत जरूरी है, क्योंकि जे एक इंसान ਨੂੰ ਪਨਿਸ਼ਮੈਂਟ ਮਿਲਦੀ ਹੈ ਤੇ 10 ਬੰਦੇ ਆਟੋਮੈਟਿਕਲੀ ਉਹਦੇ ਨਾਲ ਸਮਝ ਜਾਂਦੇ ਨੇ। ਠੀਕ ਹੈ, ਲਾਅ ਦੀ ਗੱਲ ਹੈ, ਕਾਨੂੰਨ ਦੀ ਗੱਲ ਹੈ, ਰੂਲਸ ਰੈਗੂਲੇਸ਼ਨ, ਠੀਕ ਹੈ, ਕਾਨੂੰਨ ਬਣਨਾ ਚਾਹੀਦਾ ਹੈ। ਉਹਨਾਂ ਦੇ ਸ਼ਬਦ ਉਸ ਤਰ੍ਹਾਂ ਹੋ ਸਕਦੇ, ਤੁਸੀਂ ਲੀਗਲ ਜਾਣਦੇ ਹੋ ਜ਼ਿਆਦਾ, ਤਾਂ ਤੁਸੀਂ ਠੀਕ ਹੈ, ਬਹੁਤ ਜ਼ਰੂਰੀ ਹੈ ਗਾਈਡਲਾਈਨਸ ਔਰ ਲਾਅ ਤੇ ਗਾਈਡਲਾਈਨਸ, ਰੂਲ ਰੈਗੂਲੇਸ਼ਨ ਤੇ ਅਸੀਂ ਨਾ ਮੋੜੀਏ ਇਸ ਗੱਲ ਨੂੰ। ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ। ਕਾਨੂੰਨ ਬਣਨਾ ਚਾਹੀਦਾ ਹੈ, ਤੇ ਕਾਨੂੰਨ ਬਣਨਾ ਚਾਹੀਦਾ, ਬੜੀ ਜਲਦੀ ਬਣਨਾ ਚਾਹੀਦਾ, ਸਰਕਾਰ ਨੂੰ ਚਾਹੀਦਾ ਜੀ ਬਣਾ ਦੇਣਾ ਚਾਹੀਦਾ ਵਿਚਾਰ ਰੱਖਣ ਦੇ ਲਈ। ਤਾਂ ਕਿਤੇ ਨਾ ਕਿਤੇ ਇੱਕ ਕਾਨੂੰਨ ਪੱਕਾ ਬਣਾਏ ਜਾਣ ਦੀ ਲੋੜ ਇੱਥੇ ਮਹਿਸੂਸ ਕੀਤੀ ਜਾ ਰਹੀ ਹੈ, ਪਰ ਸਮਾਜ ਨੂੰ ਵੀ ਆਪਣੇ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਕਿਸੇ ਵੀ ਧਰਮ ਜਾਂ ਜਾਤੀ ਦੇ ਖਿਲਾਫ ਜਦੋਂ ਤੁਸੀਂ ਬੋਲਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਆਪਣਾ ਵੀ ਅਪਮਾਨ ਕਰਦੇ ਹੋ। ਇਸ ਦਾ ਧਿਆਨ ਤੁਸੀਂ ਅੱਗੇ ਬਹੁਤ ਪਹਿਲਾਂ ਤੋਂ ਰੱਖੋ। ਸਮਾਜ ਨੂੰ ਸਾਡੇ ਵੱਲੋਂ ਪਹਿਲਾਂ ਤੋਂ ਹੀ ਅਪੀਲ ਹੈ। ਬਹੁਤ ਬਹੁਤ ਧੰਨਵਾਦ।